ਭੁੱਲਾਂ ਚੁੱਕਾਂ ਦੀ ਖਿਮਾ। ਭਾਈ ਸਾਹਿਬ ਜੀ ਪਾਸੋਂ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। सुन कर बचन तुम्हारे सतगुर, तन मन मेरा ठार थियो। तुमरी कृपा ते भयो साध संग, एह काज तुम आप कियो। तुमरी कृपा ते भयो साध संग, एह काज तुम आप कियो। आए प्रभ शरणागति, कृपा निध दयाल। एक अखर हर मन वस्त, नानक होत निहाल। सन्मानयोग गुरु की साजी हुई साध संगत जी, साडे वड्डे भाग हन जो सानू ये गुरु की संगत प्राप्त हुई है। ये उस परिपूर्ण परमात्मा दी रहमत दी निशानी है। सो आओ बाणी दी विचार नूं आपां आरंभ करिए। प्रथम प्यार अदब सत्कार सहित गुरु जी दी बख्शी फतेह नूं प्रवान करना जी। वाहिगुरू जी का खालसा, वाहिगुरू जी की फतेह। अज दा जो पावन हुक्मनामा है, ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਰਾਗ ਧਨਾਸਰੀ ਦੇ ਵਿੱਚ ਰਾਗ ਧਨਾਸਰੀ ਦੇ ਵਿੱਚ 683 ਅੰਗ ਤੋਂ ਆਰੰਭ ਹੋ ਕੇ 684 ਅੰਗ ਤੇ ਸੰਪੂਰਨ ਹੁੰਦਾ ਹੈ। ਇਸ ਸ਼ਬਦ ਦੇ ਅੰਦਰ गुरु अर्जन देव जी ने वो चीज़ करने लई आख्या जिहड़ी असीं करदे नहीं हैगे, जिहड़ी असीं भुल जाने आ। वो की आ? वो नाम है, उहदे गुण गौणे ने, उहनूं चेते करना है। केंद्री भाव इहदा यही आ। धनासरी महला पंजवा कर 12वां। एक ओंकार सतगुर प्रसाद। गुरु अर्जन देव जी 12वें घर विच गाउण लई कह रहे आ इस शब्द नूं। जिहड़े संगीतकार ने, साजी ने, रबाबी ने, रागी साहिबान ने, उन्हां नूं एक ओंकार सतगुर प्रसाद दुनिया नूं बनाउण वाला
ਦੁਨੀਆ ਨੂੰ ਪਾਲਣ ਵਾਲਾ, ਦੁਨੀਆ ਨੂੰ ਢਾਉਣ ਵਾਲਾ ਇੱਕੋ ਹੀ ਆ। ਉਹਦੇ ਜੈਸਾ ਕੋਈ ਹੋਰ ਨਾ ਕੋਈ ਕਦੇ ਹੋਇਆ ਸੀ, ਨਾ ਕੋਈ ਕਦੇ ਹੋਇਆ ਹੈ, ਨਾ ਕੋਈ ਕਦੇ ਹੋਵੇਗਾ। ਉਹ ਓਅੰਕਾਰ ਉਹਦਾ ਬੋਲ ਆ, ਉਹਦਾ ਕਬਾਊ ਆ, ਜਿੱਤੋਂ ਸਾਰੀਆਂ ਜ਼ਿੰਦਗੀਆਂ ਦੇ ਦਰਿਆ ਚੱਲੇ, ਜਿੱਤੋਂ ਸਭ ਬਣ ਰਿਹਾ, ਸਭ ਪਲ ਰਿਹਾ, ਸਭ ਢਹਿ ਰਿਹਾ। ਇਹ ਸਭ ਉਸੇ ਬੋਲ ਤੋਂ ਹੀ ਆ ਜਿਹੜਾ ਬੜਾ ਸ਼ਕਤੀਸ਼ਾਲੀ ਹੈ। ਸਤਿਗੁਰ ਪ੍ਰਸਾਦ। ਜੇ ਕੋਈ ਪਰਮਾਤਮਾ ਦੇ ਸੁਭਾਅ ਜੈਸਾ ਕੋਮਲ ਬਣਨਾ ਚਾਹੁੰਦਾ ਹੈ, ਉਹਦੇ ਲਈ ਵਿੱਚ ਇੱਕ ਵਿਚੋਲੇ ਦੀ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਜੇ ਕੰਤ ਦੀ ਪਛਾਣ ਕਰਨੀ ਆ, ਕੰਤ ਕਹਿੰਦੇ ਨੇ ਵੈਸੇ ਹਸਬੈਂਡ ਨੂੰ, ਤੇ ਜਿਹਨੂੰ ਆਪਾਂ ਕਹਿੰਦੇ ਆ ਪਤੀ, ਤੇ ਉਹਦੀ ਜੇ ਪਛਾਣ ਕਰਨੀ ਆ ਪਰਮਾਤਮਾ ਰੂਪੀ ਪਤੀ ਦੀ, ਉਹਦੇ ਲਈ ਇੱਕ ਵਿਚੋਲੇ ਦੀ ਲੋੜ ਆ। ਉਹ ਗੁਰੂ ਸਾਹਿਬ ਆ। ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਆ। ਅੱਗੇ ਉਹ ਪੰਕਤੀ ਆ ਜਿਹਨੂੰ ਅਸੀਂ ਜ਼ਿੰਦਗੀ ਕੱਢ ਦਿੰਦੇ ਆ, ਕਮਾਉਂਦੇ ਨਹੀਂ ਹੈਗੇ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਪਰਮਾਤਮਾ ਦੇ ਗੁਣ ਗਾਵੋ। ਗੋ ਕਹਿੰਦੇ ਆ ਧਰਤੀ ਨੂੰ, ਪਾਲ ਕਹਿੰਦੇ ਆ ਪਾਲਣ ਵਾਲੇ ਨੂੰ। ਪਰਮਾਤਮਾ ਦੀ ਬੰਦਗੀ ਕਰੋ ਬੰਦਨਾ ਕਰਕੇ, ਨੀਵੇਂ ਹੋ ਕੇ, ਆਪ ਗਵਾ ਕੇ। ਸਿੱਖੀ ਦੇ ਵਿੱਚ ਨਾ ਇੱਕ ਗੱਲ ਤੁਸੀਂ ਵੇਖਿਓ, ਜੋ ਕੁਝ ਵੀ ਸਿੱਖੀ ਵਿੱਚ ਮਿਲਦਾ ਹੈ, ਕੁਝ ਪਾ ਕੇ ਨਹੀਂ, ਕੁਝ ਗਵਾ ਕੇ ਮਿਲਿਆ ਹੈ। ਆਪਾਂ ਛੱਡ ਕੇ ਹੀ ਮਿਲਦਾ। ਸਿੱਖੀ ਹਮੇਸ਼ਾ ਜਿਹੜੀ ਆ ਆਪਣਾ ਆਪ ਛੱਡ ਕੇ, ਆਪਣੀ ਹੰਗਤਾ ਛੱਡ ਕੇ, ਆਪਣੀ ਹਉਮੈ ਛੱਡ ਕੇ, ਆਪਣੇ ਸਰੀਰ ਦੀ ਠੀਕਰੀ ਭੰਨ ਕੇ ਸ਼ਹੀਦ ਬਣਦੇ ਨੇ। ਕੋਈ ਵੀ ਆ, ਇਹ ਸਭ ਕੁਝ ਆਪਣੇ ਆਪ ਦਾ ਮਿਟ ਜਾਣਾ, ਇਹ ਸਿੱਖੀ ਆ। ਬੰਦਨਾ ਹਰ ਬੰਦਨਾ, ਨਾਲੇ ਤਾਂ ਵਾਹਿਗੁਰੂ ਨੂੰ ਬੰਦਨਾ ਕਰੋ। ਬੰਦਨਾ ਕਿਵੇਂ ਕਰੋ? ਨੀਵੇਂ ਹੋ ਕੇ, ਵੀ ਤੂੰ ਉੱਚਾ ਹੈ, ਮੈਂ ਕੁਝ ਵੀ ਨਹੀਂ ਹਾਂ। ਇਹ ਵੀ ਨਾ ਕਹੋ ਮੈਂ ਧੂੜ ਹਾਂ, ਧੂੜ ਵੀ ਕੁਝ ਹੁੰਦੀ ਆ। ਕਹੋ ਮੈਂ ਤਾਂ ਧੂੜ ਵੀ ਹੈ ਨਹੀਂ, ਮੈਂ ਤਾਂ ਧੂੜ ਵੀ ਕੁਝ ਹੈ ਨਹੀਂ, ਧੂੜ ਦਾ ਇੱਕ ਕਣ ਵੀ ਨਹੀਂ, ਮੈਂ ਕੁਝ ਵੀ ਨਹੀਂ, ਕੁਝ ਵੀ ਨਹੀਂ ਹਾਂ। ਤੇ ਜਿਸ ਦਿਨ ਤੁਸੀਂ ਦਿਲੋਂ ਕਹਿ ਦੋਗੇ ਕੁਝ ਵੀ ਨਹੀਂ, ਉਸ ਦਿਨ ਤੁਸੀਂ ਸਭ ਕੁਝ ਹੋ ਜਾਓਗੇ। ਮਹਾਂਪੁਰਸ਼ਾਂ ਨੇ ਇੱਕ ਟੀਕਾ ਕੀਤਾ, ਆਚਾਰੀਆ ਰਜਨੀਸ਼ ਨੇ ਜਪਜੀ ਸਾਹਿਬ ਦਾ। ਉਹ 'ਚ ਇੱਕ ਗੱਲ ਬੜੀ ਕਮਾਲ ਦੀ ਲਿਖੀ ਆ, ਬੜੀ ਕਮਾਲ ਦੀ। ਕਹਿੰਦੇ ਦੁਨੀਆ ਦੇ ਲੋਕ ਜਿਹੜੇ ਹਨ ਨਾ, ਉਹਨਾਂ ਵਿੱਚ ਨਿਮਰਤਾ ਹੈ ਪਰ ਹੈ ਝੂਠੀ। ਬਹੁਤ ਸੋਹਣੀ ਗੱਲ ਲਿਖੀ ਆ, ਬੜੀ ਮਹਿੰਗੀ ਆ। ਜਪਜੀ ਸਾਹਿਬ ਦਾ ਟੀਕਾ ਕਰਨਾ ਬੱਚਿਆਂ ਦੀ ਖੇਡ ਤਾਂ ਹੈ ਨਹੀਂ ਨਾ। ਤਾਂ ਉਹਨਾਂ ਨੂੰ ਸਨਮਾਨ ਵੀ ਮਿਲਿਆ ਸੀ ਕਿ ਇਹਨਾਂ ਵਰਗਾ ਕੋਈ ਟੀਕਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਇਹਨਾਂ ਦੀ ਖੋਜ ਬੜੀ ਸੋਹਣੀ ਆ। ਉਹਨਾਂ ਨੂੰ ਹਰਿਮੰਦਰ ਸਾਹਿਬ 'ਚ ਸਨਮਾਨਿਆ ਗਿਆ ਸੀ। ਇਹ ਪਹਿਲਾਂ ਵੇਲਿਆਂ ਦੀਆਂ ਗੱਲਾਂ ਨੇ। ਉਹ ਕਹਿੰਦੇ ਦੁਨੀਆ ਦੇ ਲੋਕਾਂ ਵਿੱਚ ਨਿਮਰਤਾ ਹੈ ਪਰ ਉਹ ਝੂਠੀ ਆ। ਕਈ ਵਾਰੀ ਕਹਿੰਦੇ ਮੇਰੇ ਕੋਲ ਕੁਝ ਲੋਕ ਆਉਂਦੇ ਨੇ, ਆਚਾਰੀਆ ਜੀ ਕਹਿੰਦੇ ਮੈਨੂੰ ਕਹਿੰਦੇ ਨੇ ਅਸੀਂ ਤੁਹਾਡੇ ਚਰਨਾਂ ਦੀ ਧੂੜ ਹਾਂ। ਕਹਿੰਦੇ ਜੇ ਮੈਂ ਕਹਿਦਾ ਉਹਨਾਂ ਨੂੰ ਹਾਂ ਤੂੰ ਵਾਕਈ ਮੇਰੇ ਚਰਨਾਂ ਦੀ ਧੂੜ ਆ, ਤੇ ਉਹ ਗੁੱਸੇ ਹੋ ਜਾਂਦੇ ਨੇ, ਉਦਾਸ ਹੋ ਜਾਂਦੇ ਨੇ, ਉਹ ਲੜ ਪੈਂਦੇ ਨੇ। ਕਹਿੰਦੇ ਨੇ ਵੈਸੇ ਕਈ ਬੰਦੇ ਕਹਿੰਦੇ ਅਸੀਂ ਤਾਂ ਪਾਪੀ ਬੰਦੇ ਆ। ਕਹਿੰਦੇ ਉਹਨਾਂ ਨੂੰ ਕਹਿ ਦਿਓ, ਉਹਨਾਂ ਦੀਆਂ ਅੱਖਾਂ 'ਚ ਦੇਖੋ, ਉਹ ਕਹਿਣਾ ਚਾਹੁੰਦੇ ਨੇ ਵੀ ਆਪਾਂ ਕਹੀਏ ਵੀ ਅਸੀਂ ਪਾਪੀ ਬੰਦੇ ਆ। ਜਦੋਂ ਉਹਨਾਂ ਨੂੰ ਕਹਿ ਦਾਂਗੇ ਹਾਂ ਤੇਰੇ ਜੈਸਾ ਕੋਈ ਪਾਪੀ ਨਹੀਂ, ਉਹ ਤੁਹਾਡੇ ਨਾਲ ਗੁੱਸਾ ਹੋ ਜਾਏਗਾ। ਆਪ ਉਹ ਕਹੀ ਜਾਊਗਾ, ਜੇ ਕੋਈ ਉਹਨੂੰ ਕਹਿ ਦੂਗਾ ਉਹ ਗੁੱਸਾ ਕਰ ਜੂ। ਇਹ ਹੁੰਦੀ ਆ ਝੂਠੀ ਨਿਮਰਤਾ। ਮਹਾਰਾਜ ਨੇ, ਬਾਬੇ ਨਾਨਕ ਨੇ, ਉਹ ਕਹਿੰਦੇ ਸਾਨੂੰ ਇਹ ਨਹੀਂ ਸਿਖਾਈ। ਟੀਕੇ ਵਿੱਚ ਲਿਖਿਆ, ਉਹਦੇ ਵਿੱਚ ਅਰਥ ਕਰਦ ਨੂੰ ਖੋਲ ਕੇ ਕਿਸੇ ਪੰਕਤੀ ਦੇ ਸਾਰੀ ਸੰਪੂਰਨ ਬਾਣੀ ਨੂੰ ਟੀਕਾ ਕਿਹਾ ਜਾਂਦਾ ਹੈ। ਤਾਂ ਉਹਦੇ ਵਿੱਚ ਉਹ ਕਹਿੰਦੇ ਸਿੱਖਾਂ ਨੇ ਜੇ ਕੁਝ ਸਿੱਖਣਾ ਹੈ ਤਾਂ ਸੱਚੀ ਨਿਮਰਤਾ ਆਉਣੀ ਚਾਹੀਦੀ ਆ। ਇਹਦੀ ਉਦਾਹਰਨ ਵੀ ਬੜੀ ਸੋਹਣੀ ਦਿੱਤੀ। ਕਹਿੰਦੇ ਉੱਪਰਲਿਆਂ ਨਾਲ ਨਿਮਰਤਾ ਦਿਖਾਉਣੀ ਮਜਬੂਰੀ ਹੁੰਦੀ ਆ। ਕੋਈ ਮੰਨ ਲਓ ਤੁਹਾਡੇ ਤੋਂ ਉਹਦਾ ਉੱਚਾ, ਕਿਸੇ ਦਾ ਰੁਤਬਾ ਉੱਚਾ, ਕੋਈ ਪੈਸੇ ਵਾਲਾ, ਕੋਈ ਨੌਕਰ ਆ, ਉਹਨੂੰ ਮਾਲਕ ਦੇ ਅੱਗੇ ਨਿਮਰਤਾ ਦਿਖਾਉਣੀ ਉਹਦੀ ਮਜਬੂਰੀ ਆ, ਉਹਦੀ ਮਜਬੂਰੀ ਆ। ਉਹ ਅਸਲੀ ਨਿਮਰਤਾ ਨਹੀਂ ਹੈਗੀ। ਉਹ
ਬਰਾਬਰਦਿਆਂ ਨਾਲ ਵੀ ਜਿਹੜੀ ਦਿਖਾਉਣੀ ਪੈਂਦੀ ਆ ਵੀ ਇਹ ਮੇਰੇ ਬਰਾਬਰ ਦਾ, ਉੱਪਰਲਿਆਂ ਨਾਲ ਮਜਬੂਰੀ ਹੋ ਜਾਂਦੀ ਆ, ਬਰਾਬਰਦਿਆਂ ਨਾਲ ਬਰਾਬਰ ਦਾ ਹੋ ਜਾਂਦਾ। ਅਸਲੀ ਨਿਮਰਤਾ ਉਹ ਆ ਜੇਕਰ ਨੀਵਿਆਂ ਨਾਲ ਵੀ ਦਿਖਾਈ ਜਾਵੇ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ। ਬੱਚਿਆਂ ਨਾਲ ਵੀ ਜੇ ਤੁਸੀਂ ਪੋਲਾਈਟ ਤਰੀਕੇ ਨਾਲ ਗੱਲ ਕਰ ਰਹੇ ਹੋ, ਵੱਡਿਆਂ ਨਾਲ ਵੀ, ਛੋਟਿਆਂ ਨਾਲ ਵੀ, ਬਰਾਬਰਦਿਆਂ ਨਾਲ ਵੀ, ਗਰੀਬ ਨਾਲ ਵੀ, ਆਪਣੇ ਤੋਂ ਨੀਵੇਂ ਨਾਲ, ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਭ ਨੂੰ ਸਤਿਕਾਰ ਦਿੰਦੇ ਹੋ, ਇਹ ਆ ਅਸਲੀ ਨਿਮਰਤਾ। ਦੇਖੋ ਕਿੰਨੀ ਬਰੀਕ ਗੱਲ ਲਿਖੀ ਆ। ਆਚਾਰੀਆ ਜੀ ਨੇ ਕਹਿ ਲਓ, ਆਚਾਰੀਆ ਜੀ ਨੇ ਤਾਂ ਉਹਦੇ ਅਰਥ ਕੀਤੇ ਨੇ ਨਾ, ਬਾਣੀ ਬਾਬੇ ਨਾਨਕ ਦੀ ਆ। ਗੁਣ ਗਾਵੋ ਗੋਪਾਲ ਰਾਏ, ਗੁਣ ਗਾਵੋ ਗੋਪਾਲ ਰਾਏ। ਇੱਕ ਮੈਂ ਪੁਸਤਕ ਪੜ੍ਹ ਰਿਹਾ ਸੀ, ਨਾਮ ਹੈ ਉਹਦਾ ਖਿੜਕੀਆਂ, ਬੜੀ ਸੋਹਣੀ ਆ। ਉਹਦੇ ਵਿੱਚ ਇੱਕ ਪ੍ਰੋਫੈਸਰ ਨੇ ਨਾ ਕਹਾਣੀ ਸੁਣਾਈ, ਬੜੀ ਸੋਹਣੀ ਆ ਇਹ ਸਭ ਆਪਣੇ ਜੋ ਹੁੰਦਾ ਉਹ ਆਪਾਂ ਕਰਦੇ ਆ ਉਹੀ ਹੁੰਦਾ ਜੀ। ਇਹ ਸਾਰੀਆਂ ਗੱਲਾਂ ਉਹੀ ਆਮ ਨੋਰਮਲ ਗੱਲਾਂ ਨੇ। ਉਹ ਬਸ ਕਦੇ ਕਦੇ ਮਨ ਜਿਹੜਾ ਹੁੰਦਾ ਮੁੜਿਆ ਹੁੰਦਾ, ਹੰਕਾਰ ਦੀ ਧੌਣ ਟੁੱਟੀ ਹੁੰਦੀ ਆ ਤੇ ਸੱਟ ਵੱਜ ਜਾਂਦੀ, ਹਥੌੜਾ ਵੱਜ ਜਾਂਦਾ ਗਿਆਨ ਦਾ। ਪ੍ਰੋਫੈਸਰ ਸਾਹਿਬ ਜੀ ਕਹਿੰਦੇ ਕਿ ਮੇਰਾ ਇੱਕ ਸਟੂਡੈਂਟ ਸੀ, ਕਹਿੰਦੇ ਉਹਦੇ ਮਾਤਾ ਜੀ ਵਿਧਵਾ ਸਨ ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਉਹਨੂੰ ਪਾਲਿਆ, ਵੱਡਾ ਕੀਤਾ। ਕਈ ਵਾਰੀ ਇਹ ਆਮ ਦੇਖਿਆ ਗਿਆ, ਜਿਹੜੇ ਲਾਡਲੇ ਹੁੰਦੇ ਨੇ ਬੱਚੇ ਵਿਗੜ ਜਾਂਦੇ ਨੇ, ਜਾਂ ਜਿਨ੍ਹਾਂ ਨੂੰ ਪਿਆਰ ਨਹੀਂ ਮਿਲਦਾ ਉਹ ਖਿੱਝਦੇ ਨੇ। ਇਹ ਪਿਆਰ ਤੋਂ ਬਿਨਾਂ ਲੋਕ ਮੁਰਝਾਏ ਪਏ ਆ। ਬਾਬੇ ਨਾਨਕ ਨੇ ਪਿਆਰ ਐਵੇਂ ਨਹੀਂ ਵੰਡਿਆ। ਤਾਂ ਉਹ ਕਹਿੰਦੇ ਉਹ ਇੰਨਾ ਜ਼ਿਆਦਾ ਸੀ, ਉਹਦੀ ਮਾਂ ਨੇ ਰੋਟੀ ਬਣਾਉਣੀ ਤੇ ਉਹਨੇ ਕਦੇ ਕਹਿਣਾ ਲੂਣ ਘੱਟ ਆ, ਕਦੇ ਕਹਿਣਾ ਵੱਧ ਆ, ਕਦੇ ਕਹਿਣਾ ਮਿਰਚ ਵੱਧ ਪੈ ਗਈ, ਚਲਾ ਕੇ ਇੱਦਾਂ ਥਾਲੀ ਮਾਰਨੀ। ਪਰ ਕਈਆਂ ਦਾ ਸੁਭਾਅ ਇੱਦਾਂ ਦਾ ਸੀ ਤੇ ਇਸ ਕਰਕੇ ਮਾਂ ਨੇ ਕਈ ਵਾਰੀ 3 ਸਬਜ਼ੀਆਂ ਬਣਾ ਕੇ ਰੱਖਣੀਆਂ। ਇੰਨਾ ਭਾਵ ਕਿ ਇੱਦਾਂ ਬਹਿੰਦਾ ਸੀ ਆਪਣੀ ਮਾਂ ਕੋਲੇ ਜਿੱਦਾਂ ਉਹ ਕਹਿਣ ਲੱਗੇ ਵੀ ਉਹ ਨੌਕਰਾਣੀ ਹੁੰਦੀ ਆ ਤੇ ਉਹ ਹੁੰਦਾ ਸਾਹਿਬ। ਕਈ ਬੰਦੇ ਪਤਨੀਆਂ ਦੇ ਕੋਲ ਵੀ ਐਵੇਂ ਬਹਿੰਦੇ ਆ ਜਿੱਦਾਂ ਉਹ ਸਾਹਿਬ ਹੁੰਦੇ ਆ, ਉਹ ਨੌਕਰਾਣੀਆਂ ਹੁੰਦੀਆਂ ਨੇ। ਕਈ ਵਾਰੀ ਐਵੇਂ ਵੀ ਹੋ ਜਾਂਦਾ। ਗੱਲ ਸਾਰੀ ਹੰਕਾਰ ਦੀ ਆ। ਉਹ ਪਤਨੀ ਵੀ ਹੋ ਸਕਦੀ ਆ ਹੰਕਾਰੀ, ਪਤੀ ਵੀ ਹੋ ਸਕਦੀ ਆ, ਗੱਲ ਹਉਮੈ ਦੀ ਆ, ਕੋਈ ਵੀ ਹੋ ਸਕਦਾ। ਜੀ ਚਾਹ ਗਈ ਉਹਦਾ ਵਿਗਾੜ ਹੋ ਜਾਏਗਾ। ਉਹਨੇ ਵਿਚਾਰੀ ਨੇ ਡਰਦੀ ਨੇ 3 ਸਬਜ਼ੀਆਂ ਬਣਾਉਣੀਆਂ ਤੇ ਉਹਨੇ ਥਾਲੀ ਵਗਾਹ ਕੇ ਮਾਰਨੀ। ਕਹਿੰਦੇ ਇੱਕ ਦਿਨ ਜ਼ਿੰਦਗੀ ਵਿੱਚ ਮੋੜ ਆਇਆ, ਉਹ ਸਟੇਸ਼ਨ ਤੇ ਗਿਆ, ਸਟੇਸ਼ਨ ਤੇ ਖੜਾ ਸੀ ਤੇ ਜਦੋਂ ਦੇਖਿਆ ਇੱਕ ਮੰਗਤਾ ਆਇਆ ਉੱਥੇ। ਗੱਡੀ ਉਹਨੇ ਹਜੇ ਫੜਨੀ ਆ, ਗੱਡੀ ਕੁਦਰਤੀ ਲੇਟ ਸੀ ਪਰਮਾਤਮਾ ਵੱਲੋਂ। ਆਮ ਹੀ ਇਹ ਤਾਂ ਹੋ ਜਾਂਦੀਆਂ ਨਾ ਲੇਟ, ਤੁਸੀਂ ਵੇਖਿਆ। ਉਹ ਖੜਾ ਮੰਗਤਾ ਆਇਆ, ਮੈਲਾ ਜਿਹਾ ਉਹਦਾ ਥੈਲਾ, ਉਹਦੇ ਵਿੱਚੋਂ ਪਤਾ ਨਹੀਂ ਬੇਹੀ ਰੋਟੀ ਕਿੰਨੇ ਕੁ ਦਿਨਾਂ ਦੀ ਹੋਵੇਗੀ, ਉਹ ਕੱਢੀ ਤੇ ਪਾਣੀ ਦੀ ਕਟੋਰੀ ਉੱਥੋਂ ਭਰੀ। ਉਹ ਜਿਹੜੀਆਂ ਰੇਲਵੇ ਸਟੇਸ਼ਨ ਤੇ ਟੂਟੀਆਂ ਲੱਗੀਆਂ ਹੁੰਦੀਆਂ ਨੇ, ਖੰਭੇ ਨਾਲ ਲੱਗ ਕੇ ਬਹਿ ਗਿਆ, ਬੁਰਕੀ ਤੋੜੀ, ਪਾਣੀ 'ਚ ਡਬੋਈ ਤੇ ਖਾਈ ਜਾਵੇ। ਉਹ ਕਹਿੰਦਾ ਸਟੂਡੈਂਟ ਜਿਹੜਾ ਪ੍ਰੋਫੈਸਰ ਸੀ, ਉਹ ਕਹਿੰਦੇ ਮੈਂ ਕਹਿਣ ਲੱਗਾ ਵੀ ਉਹਨੇ ਦੱਸਿਆ ਮੈਨੂੰ, ਕਹਿੰਦੇ ਮੈਨੂੰ ਦੇਖੀ ਗਿਆ। ਕਹਿੰਦੇ ਮੈਂ ਕਿਹਾ ਮਨਾ, ਇਹਦਾ ਵੀ ਦਿਲ ਕਰਦਾ ਹੋਊ ਨਾ ਭਰੀਆਂ ਪਲੇਟਾਂ ਖਾਣ ਦਾ, ਤੇ ਤੂੰ ਮਨਾ ਘਰੇ ਭਰੀਆਂ ਪਲੇਟਾਂ ਮੂਧੀਆਂ ਮਾਰ ਦਿੰਦਾ, ਮਾਂ ਦੇ ਸਾਹਮਣੇ ਚਲਾ ਕੇ ਨਹੀਂ ਮਾਰਦਾ। ਕਹਿੰਦੇ ਉਹਨੂੰ ਮੈਂ ਦੇਖੀ ਗਿਆ। ਕਹਿੰਦੇ ਮੈਨੂੰ ਮਹਿਸੂਸ ਹੋਇਆ ਮੈਂ ਮਾਂ ਸਾਹਮਣੇ ਸਾਹਿਬ ਬਣਦਾ ਹਾਂ, ਉਹਨੂੰ ਨੌਕਰਾਣੀ ਬਣਾ ਕੇ ਰੱਖਿਆ ਹੋਇਆ ਤੇ ਇਹਦੀ ਵੀ ਕੋਈ ਜ਼ਿੰਦਗੀ ਆ। ਇਹ ਕਿਵੇਂ ਲੰਘਦੀ ਇਹਦੀ ਜ਼ਿੰਦਗੀ, ਇਹ ਕਿਵੇਂ ਪ੍ਰਸ਼ਾਦਾ ਛਕੀ ਜਾਂਦਾ, ਪਾਣੀ 'ਚ ਡਬੋ ਖਾਈ ਜਾਂਦਾ। ਇੱਕ ਨਾ ਆਟਾ ਅਗਲਾ, ਭਗਤ ਫਰੀਦ ਜੀ ਕਹਿੰਦੇ ਨੇ, ਇੱਕ ਨਾ ਹੀ ਲੋਣ, ਇੱਕ ਦੇ ਘਰੇ ਆਟਾ ਬਹੁਤ ਆ। ਆਟੇ ਦਾ ਮਤਲਬ ਆਟਾ ਨਹੀਂ, ਖਾਣ ਪੀਣ ਵਾਲੀਆਂ ਚੀਜ਼ਾਂ ਬਹੁਤ ਆ। ਇੱਕ ਨਾ ਹੀ ਲੋਣ, ਇੱਕ ਦੇ ਘਰੇ ਲੂਣ ਵੀ ਨਹੀਂ। ਇੱਕ ਦੇ ਘਰੇ ਸੋਨੇ ਦਾ ਪਲੰਘ ਆ ਜੀ, ਇੱਕ ਦੇ ਘਰੇ ਕੇਸ ਵਾਹੁਣ ਲਈ ਕੰਘੀ ਵੀ ਕੋਈ ਨਹੀਂ। ਭਗਤ ਜੀ ਨੇ ਇੱਥੇ ਗੱਲ ਖਤਮ ਨਹੀਂ ਕੀਤੀ। ਅੱਗੇ ਗਏ ਸਿੰਜਾਪ ਸਨ, ਚੋਟਾਂ ਖਾਸੀ ਕੌਣ, ਇਹ ਤਾਂ ਅੱਗੇ ਜਾ ਕੇ ਪਤਾ ਲੱਗਣਾ ਪਰਮਾਤਮਾ ਦੇ ਦਰਬਾਰ ਵਿੱਚ ਕਿਹੜੇ ਸੱਚੇ ਨੇ, ਜਿਨ੍ਹਾਂ ਕੋਲ ਆਟਾ ਵੱਧ ਸੀ ਕਿ ਜਿਨ੍ਹਾਂ ਦੇ ਘਰੇ ਲੂਣ ਕੋਈ ਨਹੀਂ ਸੀ। ਇਹ ਤਾਂ ਉਹਦੇ ਕਰਮ ਦੱਸਣਗੇ। ਉੱਥੇ ਸੱਚੈ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਘਰੇ ਆਇਆ, ਵਾਪਸ ਆਇਆ, ਉਹ ਰੋ ਪਿਆ। ਉਹ ਜਿਹੜਾ ਸਟੂਡੈਂਟ ਸੀ, ਉਹ ਕਹਿੰਦੇ ਮੇਰਾ ਵਿਦਿਆਰਥੀ ਮਾਂ ਨੂੰ ਕਹਿਣ ਲੱਗਾ, ਮਾਂ ਜਿਹੜਾ ਕੁਝ ਹੋ ਗਿਆ
ਅੱਜ ਤੋਂ ਬਾਅਦ ਭਰੀਆਂ ਪਲੇਟਾਂ ਮੈਂ ਕਦੇ ਮੁੱਧੀਆਂ ਨਹੀਂ ਮਾਰਾਂਗਾ। ਜੋ ਬਣੇਗਾ ਘਰ ਵਿੱਚ ਮੈਂ ਉਹਨੂੰ ਸਵੀਕਾਰ ਕਰਾਂਗਾ, ਉਹ ਖਾਵਾਂਗਾ। ਇਵੇਂ ਇੱਕ ਛੋਟੀ ਜੀ ਕਹਾਣੀ, ਜਦੋਂ ਗੁਰੂ ਸਾਹਿਬ ਕਿਰਪਾ ਕਰ ਦੇਣ ਉਦੋਂ ਇੱਕ ਅੱਖਰ ਤੁਹਾਨੂੰ ਬਦਲ ਸਕਦਾ। ਜੇ ਉਹਦੀ ਕਿਰਪਾ ਨਹੀਂ ਹੋਈ, ਪੜ੍ਹੀ ਚੱਲੋ, ਸੁਣੀ ਚੱਲੋ, ਕਿਤਾਬਾਂ ਲੈ ਆਓ, ਪੜ੍ਹੀ ਚੱਲੋ, ਪੜ੍ਹੀ ਚੱਲੋ, ਪੜ੍ਹੀ ਚੱਲੋ। ਜੇ ਵਿੱਚ ਕਿਰਪਾ ਮੈਸਾ, ਕਿਰਪਾ ਨਹੀਂ ਫਿਰ ਕੁਝ ਵੀ ਨਹੀਂ ਜੀ। ਇਹ ਬਾਣੀ ਸਾਨੂੰ ਕਹਿੰਦੀ ਆ। ਇੱਥੇ ਅੱਗੇ ਪੰਕਤੀ ਉਹ ਆ ਰਹੀ ਆ, ਵੱਡੇ ਭਾਗ ਭੇਟੇ ਗੁਰਦੇਵਾ। ਮੇਰੇ ਤਾਂ ਵੱਡੇ ਭਾਗ ਸੀ ਜਿਹੜੇ ਸਾਨੂੰ ਗੁਰੂ ਸਾਹਿਬ ਜੀ ਮਿਲ ਗਏ। ਗੁਰੂ ਅਰਜਨ ਦੇਵ ਜੀ ਕਹਿੰਦੇ, ਗੁਰੂ ਰਾਮਦਾਸ ਜੀ, ਕੋਟ ਪਰਾਧ ਮਿਟੇ ਹਰ ਸੇਵਾ। ਇਵੇਂ ਮੇਰੇ ਕੋਟ ਕਹਿੰਦੇ ਨੇ ਕਰੋੜ ਨੂੰ, ਪਰਾਧ ਕਹਿੰਦੇ ਨੇ ਅਪਰਾਧ ਨੂੰ, ਮਿਟੇ ਹਰ ਸੇਵਾ। ਬਿਲਕੁਲ ਸਿੱਧੀਆਂ ਗੱਲਾਂ ਨੇ। ਮੇਰੇ ਜਿਹੜੇ ਸੀ ਵਿਕਾਰ, ਅਪਰਾਧ, ਦੋਖ ਜਿਹੜੇ ਸੀ, ਉਹ ਸੇਵਾ ਦੇ ਨਾਲ ਉਤਰ ਗਏ, ਲੈ ਗਏ ਜਦੋਂ ਮੈਂ ਉਹਦਾ ਨਾਮ ਜਪਿਆ। ਚਰਨ ਕਮਲ ਜਾ ਕਾ ਮਨ ਰਾਪੈ। ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ। ਚਰਨਾਂ ਨਾਲ ਜੁੜਨਾ ਕੀ ਆ? ਜੇ ਗੁਰਦੁਆਰੇ ਆ ਕੇ ਵੀ ਆਪਾਂ ਬੈਠ ਗਏ ਪਰ ਸਾਡੇ ਅੰਦਰ ਉਹਦੀ ਯਾਦ ਨਹੀਂ ਚੱਲਦੀ, ਸਾਡੇ ਅੰਦਰ ਉਹਦੀ ਯਾਦ ਨਹੀਂ ਚੱਲ ਰਹੀ, ਅਸੀਂ ਉਹਦੇ ਚਰਨਾਂ ਕੋਲ ਬੈਠ ਕੇ ਵੀ ਉਹਦੇ ਚਰਨਾਂ ਨਾਲ ਨਹੀਂ ਜੁੜ ਰਹੇ, ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇਹ ਉਹ ਆ ਜਿਹੜੇ ਚੰਦਨ ਕੋਲ ਰਹਿ ਕੇ ਚੰਦਨ ਹੋ ਜਾਂਦੇ ਨੇ। ਚੰਦਨ ਕੈ ਨਿਕਟੈ ਵਸੈ ਬਾਂਸ ਸੁਗੰਧ ਨਾ ਹੋਏ। ਇਹ ਸਾਡੀ ਗੱਲ ਆਖੀ ਆ ਵੀ ਚੰਦਨ ਦੇ ਕੋਲੇ ਰਹਿ ਕੇ ਜਿਹੜਾ ਬਾਂਸ ਦਾ ਦਰਖਤ ਆ ਉਹ ਚੰਦਨ ਨਹੀਂ ਹੁੰਦਾ। ਸੋਗ ਅਗਨ ਤਿਸ ਜਨ ਨਾ ਵਿਆਪੈ। ਜਨ ਕਹਿੰਦੇ ਨੇ ਉਹਦੇ ਦਾਸਾਂ ਨੂੰ, ਉਹਦੇ ਸੇਵਕਾਂ ਨੂੰ, ਰੱਬ ਦੇ ਬੰਦਿਆਂ ਨੂੰ ਤੇ ਉਹ ਪਿਆਰਿਆਂ ਨੂੰ। ਫਿਰ ਉਹ ਸੋਗ ਨਹੀਂ ਹੁੰਦਾ, ਅਗਨ ਨਹੀਂ ਉਹਨਾਂ ਦੇ ਅੰਦਰ ਬਲਦੀ। ਮਾਇਆ ਦੀ ਕਹਿ ਲਓ, ਤ੍ਰਿਸ਼ਨਾ ਦੀ ਕਹਿ ਲਓ। ਰੱਬ ਦੀ ਯਾਦ ਤੋਂ ਬਿਨਾਂ ਕੋਈ ਵੀ ਚੀਜ਼ ਤੁਹਾਨੂੰ ਆ ਰਹੀ ਆ, ਕੋਈ ਫਾਲਤੂ ਗੱਲ, ਬਸ ਉਹ ਸਾਰੀ ਮਾਇਆ ਹੀ ਆ। ਪੈਸੇ ਨੂੰ ਮਹਾਰਾਜ ਨੇ ਕਿਤੇ ਨਹੀਂ ਆਖਿਆ ਵੀ ਪੈਸਾ ਨਹੀਂ ਹੋਵੇ। ਫਿਰ ਮਹਾਰਾਜ ਕਹਿੰਦੇ ਹੀ ਨਾ ਵੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਸਾਰੀਆਂ ਚੀਜ਼ਾਂ ਨਾ ਤਾਂ ਇਹ ਤਾਂ ਪੈਸੇ ਨਾਲ ਤਾਂ ਕੁਝ, ਇਹਦੇ ਤੋਂ ਬਿਨਾਂ ਤਾਂ ਕੁਝ ਖਰੀਦੇ ਹੀ ਨਹੀਂ ਜਾਣਾ। ਨਾ ਲੰਗਰ ਚੱਲਦੇ ਨੇ, ਲੰਗਰ ਵੀ ਨਹੀਂ ਚੱਲਣੇ। ਮੱਝਾਂ ਗਾਵਾਂ ਪੈਸਿਆਂ ਦੀਆਂ ਆਉਣੀਆਂ, ਉਹਨਾਂ ਦਾ ਹੀ ਦੁੱਧ ਆਉਣਾ ਅੱਗੇ, ਫਿਰ ਉਹਨਾਂ ਦੀ ਚਾਹ ਬਣਨੀ ਆ। ਇਹ ਚੀਜ਼ਾਂ ਨਹੀਂ ਮਾੜੀਆਂ, ਸਾਡੀ ਇਹਨਾਂ ਪ੍ਰਤੀ ਸਮਝ ਮਾੜੀ ਆ, ਇਹ ਕਹਿਣਾ ਚਾਹੀਦਾ। ਸਾਡੀ ਇਹਨਾਂ ਪ੍ਰਤੀ ਪਕੜ ਮਾੜੀ ਆ, ਇਹ ਕਹਿਣਾ ਚਾਹੀਦਾ। ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ। ਸਾਗਰ ਤਰਿਆ ਸਾਧੂ ਸੰਗੇ। ਆ ਦੁਨੀਆ ਸਮੁੰਦਰ ਸੀ, ਇਹ ਅਸੀਂ ਤਰ ਗਏ। ਸਾਧੂ ਦੇ ਅਰਥ ਇੱਥੇ ਗੁਰੂ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਨਾਲ ਲੱਗ ਕੇ ਅਸੀਂ ਇਹ ਤਰ ਗਏ। ਨਿਰਭਉ ਨਾਮ ਜਪੋ ਹਰ ਰੰਗੇ। ਜਦੋਂ ਅਸੀਂ ਨਿਰਭਉ, ਭਉ ਤੋਂ ਰਹਿਤ ਵਾਹਿਗੁਰੂ ਦਾ ਨਾਮ ਸੀ, ਉਹਨੂੰ ਜਪਿਆ, ਅਸੀਂ ਉਹਦੇ ਰੰਗ ਵਿੱਚ ਰੰਗੇ ਗਏ। ਪਰ ਤਨ ਦੋਖ ਕਿਛ ਪਾਪ ਨ ਫੇੜੇ, ਜਮ ਜੰਦਾਰ ਨ ਆਵੇ ਨੇੜੇ। ਹੁਣ ਕਿਸੇ ਬੰਦੇ ਕੋਲ ਕੀ ਆ, ਇਹ ਮੈਨੂੰ ਪਰੇਸ਼ਾਨ ਨਹੀਂ ਕਰਦੀ ਗੱਲ। ਇਹ ਗੁਰੂ ਸਾਹਿਬ ਜੀ ਨੇ ਆਖੀ ਹੈ। ਪਰ ਧਨ, ਪਰਾਇਆ ਧਨ ਦੇਖ ਕੇ ਹੁਣ ਮੈਨੂੰ ਇਹ ਨਹੀਂ ਹੁੰਦਾ ਉਹਦੇ ਕੋਲ ਬਾਹਲਾ, ਤੂੰ ਗੁਰੂ ਮੈਨੂੰ ਕੁਝ ਦਿੱਤਾ ਹੀ ਨਹੀਂ। ਜੇ ਕਬੀਰ ਸਾਹਿਬ ਜੀ ਇਦਾਂ ਸੋਚਦੇ, ਉਹ ਬੰਦਗੀ ਨਾ ਕਰਦੇ। ਉਹ ਕਹਿੰਦੇ ਲੋਕਾਂ ਨੂੰ ਕਿੰਨਾ ਦੇਤਾ। ਕਬੀਰ ਇਹ ਆਖਦਾ ਕਿ ਮੈਨੂੰ ਤਾਂ ਕੁਝ ਵੀ ਨਹੀਂ ਦਿੱਤਾ। ਉਹਨਾਂ ਕੋਲ ਤਾਂ ਟੁੱਟੀ ਜੀ ਮੰਜੀ ਸੀ ਬਾਣ ਦੀ, ਉਹ ਵੀ ਕਦੇ ਤਾਂ ਮਾਤਾ ਜੀ ਉਹਨਾਂ ਦੇ ਲੜਦੇ ਰਹਿੰਦੇ ਆ। ਉਹਨਾਂ ਦੀ ਬਾਣੀ ਹੋਈ ਆ, ਕਹਿੰਦੇ ਜਬ ਤੇ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ। ਸੁਣੋ ਦਰਾਨੀ, ਬਾਣੀ ਆ ਇਹ। ਸੁਣੋ ਜਠਾਨੀ, ਇਹ ਮੁੰਡਿਆ ਕਿਉਂ ਨਾ ਮੋਇਓ। ਇਹ ਮਰ ਕਿਉਂ ਨਹੀਂ ਜਾਂਦਾ? ਕਬੀਰ ਮਰ ਕਿਉਂ ਨਹੀਂ ਜਾਂਦਾ? ਜਦੋਂ ਦੀ ਇਸਨੇ ਮਾਲਾ ਫੜੀ ਆ, ਅਸੀਂ ਸੁੱਖ ਨਹੀਂ ਦੇਖਿਆ। ਜਬ ਤੇ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਭਇਓ। ਇਹ ਸਾਰਾ ਦਿਨ ਹੀ ਇਹ ਰਾਮ 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 ਇਹ ਜਪੀ ਜਾਂਦਾ, ਅੱਲਾ 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 ਇਹ ਕਹੀ ਜਾਂਦਾ। ਇਹ ਵਿਗੜ ਗਿਆ। ਇਹ ਸਾਧੂਆਂ ਦੀ ਸੰਗਤ ਦੇ ਨਾਲੇ ਵਿਗੜਿਆ, ਇਹ ਆਖਿਆ ਸੀ। ਤਾਂ ਉਹ ਕਹਿੰਦੇ ਨੇ ਜਮ ਜੰਦਾਰ ਨਾ ਆਵੇ ਨੇੜੇ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਤ੍ਰਿਸ਼ਨਾ ਦੀ ਅੱਗ ਬੰਦੇ ਅੰਦਰ ਬਲਦੀ ਆ ਵੀ ਉਹ ਬੰਦੇ ਕੋਲ ਬਾਹਲਾ ਆ ਗਿਆ, ਮੇਰੇ ਕੋਲ ਥੋੜਾ, ਤੇ ਉਹਨੂੰ ਵੇਖ ਕੇ ਆਪਾਂ ਝੁਰ ਰਹੇ ਹਾਂ। ਇਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ, ਤੁਹਾਡੀ ਵਿਕਾਸ ਰੁਕ ਜਾਏਗਾ। ਸਗੋਂ ਆਪਾਂ ਝੁਰੀ ਜਾਂਦੇ ਹਾਂ, ਕਿਸੇ ਕੋਲ ਪੈਸੇ ਆ ਦੇਖੀ ਜਾਂਦੇ ਹਾਂ। ਗੁਰੂ ਸਾਹਿਬ ਕਹਿੰਦੇ ਤੂੰ ਉਹਦੀਆਂ ਖੁਸ਼ੀਆਂ 'ਚ ਖੁਸ਼ ਹੋ, ਰੱਬ ਤੈਨੂੰ ਵੀ ਦਊਗਾ। ਪੰਗਤੀ ਇੱਦਾਂ ਹੈ, ਇਹ ਹਰਖ ਵਾਦ ਨਾ ਕੀਜੈ ਰੇ ਮਨ। ਜੇ ਕਿਸੇ ਕੋਲ ਬਾਹਲੇ ਪੈਸੇ ਆ ਤੂੰ ਉਹਨੂੰ ਦੇਖ ਕੇ ਝੋਰਾ ਜਿਹਾ ਨਾ ਕਰ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਤੈਨੂੰ ਹੱਥ ਦਿੱਤੇ ਆ ਰੱਬ ਨੇ, ਤੂੰ ਵੀ ਥੋੜਾ ਜਿਹਾ ਦਿਮਾਗ ਚਲਾ, ਕਿਰਤ ਕਰ, ਰੱਬ ਤੈਨੂੰ ਵੀ ਦੇਊਗਾ। ਕਿਸੇ ਵੱਲ ਵੇਖ ਕੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਆਪਾਂ ਕਿਸੇ ਦੀ ਖੁਸ਼ੀ ਵਿੱਚ ਖੁਸ਼ ਉਦੋਂ ਹੁੰਨੇ ਆ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਇਦੋਂ ਬਿਨਾਂ ਆਪਾਂ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹੋ ਜਾਂਦੇ। ਮਸਕੀਨ ਜੀ ਦਾ ਇੱਕ ਬਚਨਾ ਹੈ, ਬੜਾ ਡੂੰਘਾ ਹੈ, ਬੜਾ ਸੋਹਣਾ। ਕਿਆ ਕਰਦੇ ਸੀ, ਕਿਸੇ ਨੇ ਆ ਕੇ ਪੁੱਛਿਆ, ਕਹਿੰਦੇ ਸੰਤ ਕੌਣ ਹੁੰਦੇ ਨੇ ਜੀ? ਕੀ ਸੰਤ ਹੁੰਦੇ ਨੇ? ਕਹਿੰਦੇ ਬਿਲਕੁਲ ਹੁੰਦੇ ਨੇ। ਕਹਿੰਦੇ ਕੌਣ ਹੁੰਦੇ ਨੇ? ਕਹਿੰਦੇ ਸੰਤ ਦੁਖੀ ਹੋ ਜਾਂਦਾ ਕਿਸੇ ਨੂੰ ਦੁਖੀ ਦੇਖ ਕੇ, ਸੰਤ ਹੱਸ ਪੈਂਦਾ ਕਿਸੇ ਨੂੰ ਹੱਸਦਾ ਦੇਖ ਕੇ, ਸੰਤ ਖੁਸ਼ ਹੋ ਜਾਂਦਾ ਕਿਸੇ ਨੂੰ ਖੁਸ਼ ਵੇਖ ਕੇ। ਸੰਤ ਦੀ ਪਛਾਣ ਇਹੀ ਆ। ਸੰਸਾਰੀ ਕਹਿੰਦੇ ਸੰਸਾਰੀ ਕੌਣ ਆ? ਸੰਸਾਰੀ ਬੰਦਾ ਦੁਖੀ ਹੋ ਜਾਂਦਾ ਕਿਸੇ ਨੂੰ ਸੁਖੀ ਦੇਖ ਕੇ। ਸੰਤ ਕਹਿੰਦੇ ਹੱਸ ਪੈਂਦਾ ਕਿਸੇ ਨੂੰ ਹੱਸਦਾ ਦੇਖ ਕੇ, ਰੋ ਪੈਂਦਾ ਕਿਸੇ ਨੂੰ ਰੋਂਦਾ ਦੇਖ ਕੇ। ਉਹਦਾ ਕੋਮਲ ਦਿਲ ਹੁੰਦਾ। ਇਹ ਅਵਸਥਾਵਾਂ ਹੁੰਦੀਆਂ ਨੇ। ਸੰਤ ਸਮੂਹ ਅਨੇਕ ਮਤੀ ਕੇ ਅਵਸਥਾਵਾਂ ਹੁੰਦੀਆਂ ਨੇ। ਤਾਂ ਜਿਹੜਾ ਸੰਸਾਰੀ ਬੰਦਾ ਉਹ ਕਿਸੇ ਨੂੰ ਹੱਸਦਾ ਵੇਖ ਕੇ ਦੁਖੀ ਹੋ ਜਾਂਦਾ। ਸੰਤ ਹੱਸ ਪੈਂਦਾ ਆਪਦੀਆਂ ਗਲਤੀਆਂ ਤੇ। ਸੰਤ ਹੱਸੂਗਾ, ਨਾਲੇ ਆਪਦੀਆਂ ਗਲਤੀਆਂ ਤੇ ਵੀ ਹੱਸੂਗਾ। ਜਦੋਂ ਹੱਸੂਗਾ ਉਹ ਕਹੂਗਾ ਮਨ ਕੀ ਕਰੀ ਜਾਂਦਾ, ਮਨ ਦਾ ਸੁਭਾਅ ਕਿੱਦਾਂ ਦਾ ਹੋ ਗਿਆ। ਇਸ ਕਰਕੇ ਅੱਖਾਂ ਨੂੰ ਉਹ ਕਹਿੰਦਾ ਦੇਖਣ ਲੱਗੇ, ਤੂੰ ਦੇਖ ਰਿਹਾ ਕਿ ਉਹਦੇ ਵਿੱਚ ਉਹਦੀ ਯਾਦ ਹੈ। ਜੋ ਤੂੰ ਵੇਖ ਰਿਹਾ ਕਿ ਉਹਦੇ ਵਿੱਚ ਤੂੰ ਇੱਕ ਦੇਖ ਰਿਹਾ, ਸਭ ਦੇ ਵਿੱਚ ਇੱਕ ਪ੍ਰਮਾਤਮਾ ਦੇਖ ਰਿਹਾ। ਅੱਖਾਂ ਨੂੰ ਉਹ ਪੁੱਛਦਾ ਸੰਤ ਕਿ ਤੂੰ ਵੇਖ ਰਿਹਾ, ਅੱਖਾਂ ਨੂੰ ਆਪਣੇ ਇੰਦਰੀਆਂ ਨੂੰ ਪੁੱਛਦਾ। ਫਿਰ ਉਹ ਗੱਲ ਕਰਨ ਲੱਗੇ ਵੇਖਦਾ ਵੀ ਜਿਹੜੀ ਤੂੰ ਗੱਲ ਕਰਨ ਲੱਗਾ ਕਿ ਇਹ 'ਚ ਰੱਬ ਵਾਲੀ ਕੋਈ ਗੱਲ ਹੈਗੀ ਆ ਕਿ ਨਹੀਂ। ਜੇ ਹੈਗੀ ਆ ਤਾਂ ਕਰਦੇ, ਨਹੀਂ ਹੈਗੀ ਤਾਂ ਟਲ ਜਾ ਟਲ ਜਾ ਟਲ ਜਾ। ਇੱਦਾਂ ਮਨ ਨੂੰ ਕਹਿੰਦਾ। ਜਦੋਂ ਕੁਝ ਸੁਣਨ ਲੱਗਦਾ ਕਿਸੇ ਤੋਂ, ਫਿਰ ਉਹ ਕਹਿੰਦਾ ਇਹ ਸੁਣਨ ਲੱਗਾ ਮੈਂ ਗੱਲ, ਇਹ ਜੇ ਇਹਦੇ ਵਿੱਚ ਨਾਮ ਹੋ ਤਾਂ ਮੈਂ ਰੁਕੂੰਗਾ ਇੱਥੇ, ਨਹੀਂ ਮੈਂ ਚੱਲਦਾ ਬਣਾਂਗਾ, ਨਹੀਂ ਸੁਣਾਂਗਾ। ਇਸ ਕਰਕੇ ਉਹ ਇੱਕ ਇੱਕ ਚੀਜ਼ ਤੇ ਧਿਆਨ ਦੇਣਾ ਪੈਂਦਾ। ਤਾਂ ਹੀ ਕਹਿੰਦੇ ਨਾ ਸਿੱਖੀ ਬਾਹਲੀ ਜ਼ਿਆਦਾ ਬਰੀਕ ਆ, ਬਾਲ ਜਿੰਨੀ ਬਰੀਕ ਆ। ਬਾਲ ਤੋਂ ਵੀ ਥੋੜ੍ਹੀ ਕਹਿ ਦਈਏ, ਇਦੋਂ ਵੀ ਜ਼ਿਆਦਾ ਬਰੀਕ ਆ। ਭਾਵ ਤੁਹਾਨੂੰ ਅੱਖਾਂ ਤੇ ਧਿਆਨ ਦੇਣਾ ਪੈਂਦਾ। ਤਾਂ ਹੀ ਤਾਂ ਸਿੱਖ ਬਣਨਾ ਕਹਿੰਦੇ ਬਹੁਤ ਔਖਾ। ਸਿੱਖਾਂ ਦੇ ਘਰੇ ਜਨਮ ਲੈਣ ਦੇ ਨਾਲ ਸਿੱਖ ਨਹੀਂ ਹੋ ਗਏ। ਸਿੱਖੀ ਸਿੱਖਿਆ ਗੁਰ ਵਿਚਾਰ। ਅੱਖਾਂ ਵੱਲ ਧਿਆਨ ਦੇਵੋ। ਅੱਖਾਂ ਕੀ ਭਾਲਦੀਆਂ ਨੇ ਤੇ ਇਹਨਾਂ ਦਾ ਅਸਲ ਮਕਸਦ ਹਰ ਇੱਕ ਜੀਅ ਦੇ ਵਿੱਚ ਰੱਬ ਦੇਖਣਾ ਹੈ। ਅੱਖਾਂ ਦਾ ਜੇ ਆਪਾਂ ਪੁੱਛੀਏ, ਅੱਖਾਂ ਦੀ ਸੰਪੂਰਨਤਾ ਕਿੱਦਣ ਹੁੰਦੀ ਆ? ਜਦੋਂ ਇਹ ਹਰ ਵਿੱਚ ਪਰਮਾਤਮਾ ਦਾ ਰੂਪ ਦੇਖਦੀਆਂ ਨੇ। ਪਰ ਉਦੋਂ ਪਹਿਲਾਂ ਆਪਣੇ ਆਪ 'ਚ ਤੁਹਾਨੂੰ ਰੱਬ ਦੇਖਣਾ ਪਵੇਗਾ। ਤੇ ਜੀਵ ਦਾ ਕੀ ਆ? ਜੀਵ ਦੀ ਸੰਪੂਰਨਤਾ ਕੀ ਆ? ਭਾਈ ਨੰਦ ਲਾਲ ਸਾਹਿਬ ਜੀ ਤੋਂ ਪੁੱਛੋ। ਕਹਿੰਦੇ ਜੀਵ ਤੇ ਜਦੋਂ ਤੇਰਾ ਨਾਮ ਜਪਿਆ ਜਾਂਦਾ ਹੈ, ਜੀਵ ਦੁਆਰਾ ਬੜਾ ਸਵਾਦ ਦਿੰਦਾ ਹੈ, ਬੜਾ ਮਿੱਠਾ ਲੱਗਦਾ। ਤਾਂ ਜੀਵ ਜਿਹੜੀ ਆ, ਜੀਵ ਦੀ ਸੰਪੂਰਨਤਾ ਕੀ ਆ? ਉਹਦਾ ਨਾਮ ਜਪਣਾ। ਕੰਨਾਂ ਦੀ ਸੰਪੂਰਨਤਾ ਕੀ ਆ? ਉਹਦਾ ਨਾਮ ਸੁਣਨਾ। ਇਹ ਚੀਜ਼ ਗੁਰੂ ਅਰਜਨ ਦੇਵ ਜੀ ਨੇ ਕਹੀ ਹੈ। ਆਪਾਂ ਪਿਆਰਿਓ, ਜ਼ਿੰਦਗੀ ਬੜੀ ਥੋੜ੍ਹੀ ਆ। ਦੁਨੀਆ ਦੀ ਜਿੰਨੀ ਆਬਾਦੀ ਆ ਨਾ, ਦੁਨੀਆ ਦੀ ਜਿੰਨੀ ਆਬਾਦੀ ਆ, ਉਹਦੇ ਵਿੱਚ 1 ਲੱਖ ਬੰਦਾ ਸਵੇਰੇ ਸੁੱਤਾ ਪਿਆ ਰਹਿ ਜਾਂਦਾ, ਉੱਠਦਾ ਨਹੀਂ, ਉਹ ਮਰ ਜਾਂਦੇ ਨੇ। ਇਹ ਸਰਵੇ ਹੋਇਆ ਸੀ ਇੱਕ। ਆਪਾਂ ਉੱਠ ਖੜੇ ਅੱਜ ਵੀ ਰੋਜ਼ ਹੀ 1 ਲੱਖ ਬੰਦਾ ਅੱਜ ਜਾਗਿਆ ਨਹੀਂ। ਸਾਰੀ ਟੋਟਲ ਜਿੰਨੀ ਦੁਨੀਆ ਉਹ ਮਰ ਗਏ ਨੇ। ਉਹ ਚਲੇ ਗਏ ਸ਼ਮਸ਼ਾਨ ਘਾਟ। ਉਹ ਪਹੁੰਚਾਏ ਜਾਣਗੇ, ਕੋਈ ਦੇਰ ਕੋਈ ਸਵੇਰ। ਆਪਾਂ ਉੱਠ ਖੜੇ।
ਹੁਣ ਦੱਸੋ ਮਹਾਂਪੁਰਸ਼ ਕਹਿੰਦੇ ਆ ਦਿਨ ਆ ਕਿ ਜ਼ਿੰਦਗੀ ਆ। ਜੇ ਤਾਂ ਕਹਿ ਦੋਗੇ ਅੱਜ ਦਿਨ ਚੜ੍ਹ ਗਿਆ ਫਿਰ ਤਾਂ ਇਹਨੂੰ ਲੰਘਾ ਦੋਗੇ ਤੁਸੀਂ, ਕਿਉਂਕਿ ਸੋਚਣਾ ਕੱਲ ਨੂੰ ਵੀ ਦਿਨ ਚੜੂ, ਪਰਸੋਂ ਵੀ ਦਿਨ ਚੜੂ। ਬਾਣੀ ਦੀ ਪੰਗਤੀ ਆ, ਕਬੀਰ ਟਾਲੇ ਟੋਲੇ ਦਿਨ ਗਿਆ। ਕਬੀਰ ਸਾਹਿਬ ਜੀ ਕਹਿੰਦੇ ਲੋਕ ਐਵੇਂ ਦਿਨ ਲਗਾਉਂਦੇ ਨੇ ਟਾਲ ਮਟੋਲਿਆਂ 'ਚ, ਵਿਆਜ ਵਧੰਤ ਹੋ ਜਾਏ। ਬੜੀਆਂ ਸਿੱਧੀਆਂ ਗੱਲਾਂ ਨੇ। ਤਾਂ ਆਪਾਂ 1 ਲੱਖ ਬੰਦਾ ਉੱਠਿਆ ਹੀ ਨਹੀਂ, ਆਪਾਂ ਉੱਠ ਖੜੇ। ਹੁਣ ਹੋਰ ਦੱਸੋ ਕਿਰਪਾ ਕੀ ਆ? ਅਸੀਂ ਉੱਠ ਖੜੇ, ਸਾਡੇ ਪਰਿਵਾਰ ਦੇ ਮੈਂਬਰ ਦੇਖੋ ਉੱਠ ਖੜੇ, ਤੁਹਾਡੇ ਦੋਸਤ ਉੱਠ ਖੜੇ। ਹੁਣ ਇਹ ਦਿਨ ਆ ਕਿ ਜ਼ਿੰਦਗੀ ਆ ਜੀ? ਨਹੀਂ, ਇਹ ਜ਼ਿੰਦਗੀ ਆ, ਦਿਨ ਨਹੀਂ ਹੈਗਾ। ਤਾਂ ਇਹਨੂੰ ਮਾਣੋ, ਨਫ਼ਰਤ ਛੱਡੋ ਪਿਆਰਿਓ, ਪਿਆਰ ਨਾਲ ਦਿਨ ਕੱਢੋ ਆਪਣੇ। ਜਿੰਨੀ ਕਿ ਜ਼ਿੰਦਗੀ ਮਿਲੀ ਆ, ਮਿਟ ਜਾਏ ਜ਼ਿੰਦਗੀ ਕੇ ਨਿਸ਼ਾਨ ਕੈਸੇ ਕੈਸੇ, ਜਮੀ ਖਾ ਗਈ ਆਸਮਾਂ ਕੈਸੇ ਕੈਸੇ। ਸੁਪਰਦੇ ਖਾਕ ਹੋ ਜਾਗੇ ਇੱਕ ਦਿਨ, ਉਦੋਂ ਪਹਿਲਾਂ ਜਿਉਣ ਲਈਏ। ਮੌਤ ਆ ਕੇ ਗਲਾ ਘੁੱਟ ਦੇਵੇ, ਉਦੋਂ ਪਹਿਲਾਂ ਸਾਹਾਂ ਦੇ ਘੁੱਟ ਭਰ ਲਈਏ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਜੀ ਦੀ ਸ਼ਾਨ ਬੜੀ ਉੱਚੀ ਹੈ ਜੀ। ਬੋਲਦਿਆਂ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹਨ। ਅੱਗੇ ਵਾਸਤੇ ਆਪਣਾ ਪਿਆਰ ਤੇ ਅਸੀਸ ਬਖਸ਼ੋ। ਰਲ ਕੇ ਆਓ ਚੌਂਕੜਾ ਮਾਰ ਕੇ 2 ਮਿੰਟ ਪੂਰੇ ਇੱਕ ਮਨ ਇੱਕ ਚਿੱਤ ਹੋ ਕੇ ਛੱਡ ਦਈਏ ਮਨ ਵਿੱਚੋਂ ਬਾਕੀ ਚੀਜ਼ਾਂ। ਪੂਰੀ ਇਕਾਗਰਤਾ ਨਾਲ ਪਿਆਰਿਓ ਉਹ ਪਿਆਰੇ ਦੇ ਚਰਨਾਂ ਵਿੱਚ ਜੁੜੀਏ ਜੀ। ਵਾਹਿਗੁਰੂ ਦੇਹੋ ਸੱਜਣ ਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ